ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਕੁਸ਼ਲ ਮੰਗਲ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਤੁਹਾਡੇ ਜਜ਼ਬੇ ਦੀ ਤਾਰੀਫ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦਿਸ਼ਾ ਪਰਿਵਰਤਨ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦੇ ਹੋ। ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਹਰ ਪ੍ਰਕਾਰ ਦੀ ਆਤਮਿਕ ਆਸ਼ੀਸ਼ਾਂ ਦੇ ਨਾਲ ਭਰਪੂਰ ਕੀਤੇ ਜਾਓ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੀ 7 ਅਧਿਆਇ ਦੀ 1 ਤੋਂ ਲੈ ਕੇ 7 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਅਸੀਂ ਇਹਨਾਂ ਵਚਨਾਂ ਦੇ ਰਾਹੀਂ ਦਾਨੀਏਲ ਨਬੀ ਦੇ ਦੁਆਰਾ ਦੇਖੇ ਗਏ ਦਰਸ਼ਨ ਦੇ ਉੱਤੇ ਗੌਰ ਕੀਤਾ, ਜੋ ਕਿ 4 ਪਸ਼ੂਆਂ ਦੇ ਬਾਰੇ ਸੀ। ਅਸੀਂ ਜਾਣਿਆ ਕਿ ਇਹ 4 ਪਸ਼ੂ ਸੰਸਾਰ ਦੀ 4 ਮਹਾਸ਼ਕਤੀਆਂ ਦੇ ਵੱਲ ਇਸ਼ਾਰਾ ਕਰਦੇ ਹਨ, ਜੋ ਕਿ ਇਤਿਹਾਸ ਦੇ ਵਿੱਚ ਪ੍ਰਗਟ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਅਸੀਂ ਮਾਨਵ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਅਧਿਐਨ ਪਸੰਦ ਆਇਆ ਹੋਵੇਗਾ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੀ 8 ਆਇਤ ਤੋਂ ਲੈ ਕੇ 14 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕਰਾਂਗੇ। ਸਾਡੇ ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਨੰਬਰ 1, ਸਮੇਂ ਦਾ ਅਤ ਪ੍ਰਾਚੀਨ ਸਵਰਗ ਦੇ ਵਿੱਚ। ਇਸ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਦੇਖਾਂਗੇ ਉਹ ਹਨ ਉਸ ਦੀ ਅਨੰਤਤਾ, ਉਸ ਦੀ ਪਵਿੱਤਰਤਾ, ਉਸ ਦਾ ਪ੍ਰਤਾਪ, ਉਸ ਦੀ ਤਾਕਤ, ਉਸ ਦੀ ਪ੍ਰਭੂਤਾ। ਨੰਬਰ 2, ਸਵਰਗ ਦੇ ਵਿੱਚ ਮਨੁੱਖ ਦਾ ਪੁੱਤਰ। ਨੰਬਰ 3, ਮਸੀਹ ਦੇ ਰਾਜ ਦੀ ਵਿਸ਼ੇਸ਼ਤਾਵਾਂ। ਇਸ ਦੇ ਅਧੀਨ ਅਸੀਂ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ ਮਸੀਹ ਦਾ ਰਾਜ ਅਸੀਮਤ, ਮਸੀਹ ਦਾ ਰਾਜ ਅਦਵਿਤੀय, ਮਸੀਹ ਦੇ ਰਾਜ ਦੀ ਇਕਰੂਪਤਾ, ਮਸੀਹ ਦਾ ਰਾਜ ਸਰਵ ਵਿਆਪਕ, ਮਸੀਹ ਦਾ ਰਾਜ ਅਨੰਤ, ਮਸੀਹ ਦੇ ਰਾਜ ਨੂੰ ਜਿੱਤਿਆ ਨਹੀਂ ਜਾ ਸਕਦਾ। ਦੋਸਤੋ, ਤਾਂ ਫਿਰ ਆਓ ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਇਸ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਵਰ ਦੇ ਲਈ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਕਰਦਾ ਹਿਸਾਬ ਨਾ ਰੱਬ ਜੀ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ।
ਰਿਹਾ ਤਦ ਮੇਰੀ ਹੱਡੀਆਂ, ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ, ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ, ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ ਔਗੁਣ ਸਦਾ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਸਮੇਂ ਦਾ ਅਤ ਪ੍ਰਾਚੀਨ ਸਵਰਗ ਵਿੱਚ। ਭਾਗ ਊੜਾ, ਉਸ ਦੀ ਅਨੰਤਤਾ। ਭਾਗ ਐੜਾ, ਉਸ ਦੀ ਪਵਿੱਤਰਤਾ। ਭਾਗ ਈੜੀ, ਉਸ ਦਾ ਪ੍ਰਤਾਪ। ਭਾਗ ਸੱਸਾ, ਉਸ ਦੀ ਤਾਕਤ। ਭਾਗ ਹਾਹਾ, ਉਸ ਦੀ ਪ੍ਰਭੂਤਾ। ਨੰਬਰ 2, ਸਵਰਗ ਵਿੱਚ ਮਨੁੱਖ ਦਾ ਪੁੱਤਰ। ਨੰਬਰ 3, ਮਸੀਹ ਦੇ ਰਾਜ ਦੀ ਵਿਸ਼ੇਸ਼ਤਾਵਾਂ। ਭਾਗ ਊੜਾ, ਮਸੀਹ ਦਾ ਰਾਜ ਅਸੀਮਤ। ਭਾਗ ਐੜਾ, ਮਸੀਹ ਦਾ ਰਾਜ ਅਦੁੱਤੀ। ਭਾਗ ਈੜੀ, ਮਸੀਹ ਦੇ ਰਾਜ ਦੀ ਇੱਕ ਰੂਪਤਾ। ਭਾਗ ਸੱਸਾ, ਮਸੀਹ ਦਾ ਰਾਜ ਸਰਬ ਵਿਆਪਕ। ਭਾਗ ਹਾਹਾ, ਮਸੀਹ ਦਾ ਰਾਜ ਅਨੰਤ। ਭਾਗ ਕੱਕਾ, ਮਸੀਹ ਦੇ ਰਾਜ ਨੂੰ ਜਿੱਤਿਆ ਨਹੀਂ ਜਾ ਸਕਦਾ। ਮੈਂ ਦਾਨੀਏਲ 7 ਅਧਿਆਏ 9 ਵਚਨ ਤੋਂ ਲੈ ਕੇ 14 ਤੱਕ ਪੜ੍ਹ ਰਿਹਾ ਹਾਂ। ਮੈਂ ਇੱਥੇ ਤੱਕ ਵੇਖ ਰਿਹਾ ਹਾਂ ਕਿ ਸਿੰਘਾਸਨ ਰੱਖੇ ਗਏ ਅਤੇ ਅਤ ਪ੍ਰਾਚੀਨ ਬੈਠ ਗਿਆ। ਉਹਦਾ ਵਸਤਰ ਬਰਫ਼ ਵਰਗਾ ਚਿੱਟਾ ਸੀ ਅਤੇ ਉਹਦੇ ਸਿਰ ਦੇ ਵਾਲ ਉੱਨ ਵਰਗੇ ਸੁਥਰੇ। ਉਹਦਾ ਸਿਆਸਨ ਅੱਗ ਦੀ ਲਾਟ ਵਰਗਾ ਸੀ ਅਤੇ ਉਸ ਦੇ ਪਹੀਏ ਬਲ ਦੀ ਅੱਗ ਵਰਗੇ ਸਨ। ਇੱਕ ਅੱਗ ਵਾਲੀ ਨਦੀ ਨਿਕਲੀ ਜੋ ਉਹਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰਾਂ ਉਹਦੀ ਟਹਿਲ ਕਰਦੇ ਸਨ ਅਤੇ ਲੱਖਾਂ ਦਰ ਲੱਖਾਂ ਉਹਦੇ ਅੱਗੇ ਖਲੋਤੇ ਸਨ। ਨਿਉ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ। ਮੈਂ ਉਸ ਵੇਲੇ ਸਿੰਘ ਦੀ ਆਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ। ਹਾਂ, ਮੈਂ ਇੱਥੇ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹਦਾ ਸਰੀਰ ਨਾਸ਼ ਹੋ ਗਿਆ ਅਤੇ ਬਲ ਦੇ ਭਾਂਬੜ ਵਿੱਚ ਸੁੱਟਿਆ ਗਿਆ ਅਤੇ ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲੈ ਲਿਆ ਗਿਆ, ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀ ਉਹਨਾਂ ਨੂੰ ਜਿੰਦ ਦਿੱਤੀ ਗਈ। ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿੱਠਾ ਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ ਦੇ ਬੱਦਲਾਂ ਸਣੇ ਆਇਆ ਅਤੇ ਅਤ ਪ੍ਰਾਚੀਨ ਤੱਕ ਉਪੜਿਆ ਅਤੇ ਉਹ ਉਹਨੂੰ ਉਸ ਦੇ ਅੱਗੇ ਲਿਆਏ। ਪਾਤਸ਼ਾਹੀ ਔਰ ਪ੍ਰਤਾਪ ਔਰ ਰਾਜ ਉਹਨੂੰ ਦਿੱਤਾ ਗਿਆ। ਭਾਈ ਸਭੇ ਕੌਮਾਂ ਔਰ ਲੋਕ ਔਰ ਬੋਲੀਆਂ ਉਹਦੀ ਟਹਿਲ ਕਰਨ। ਉਹਦਾ ਰਾਜ ਸਦਾ ਦਾ ਰਾਜ ਹੈ ਜਿਹੜਾ ਮਿਟੇਗਾ ਨਾ, ਅਤੇ ਉਹਦਾ ਰਾਜ ਅਜਿਹਾ ਜੋ ਟਲੇਗਾ ਨਾ। ਜਿਸ ਤਰ੍ਹਾਂ ਹੀ ਅਸੀਂ ਦਾਨੀਏਲ ਦੀ ਕਿਤਾਬ ਦੇ ਅਧਿਆਇ 7 ਨੂੰ ਪੜ੍ਹਦੇ ਹਾਂ ਅਤੇ ਵੇਖਦੇ ਹਾਂ ਕਿ ਦਾਨੀਏਲ ਇੱਕ ਬੜੇ ਹੀ ਅਜੀਬ ਤਰੀਕੇ ਦਾ ਦਰਸ਼ਨ ਆਪਣੇ ਪਲੰਘ ਉੱਤੇ 3 ਬੇਢੰਗੇ ਪਸ਼ੂਆਂ ਨੂੰ ਸੁਪਨੇ ਵਿੱਚ ਦੇਖਦਾ ਹੈ, ਜੋ ਮਨੁੱਖਾਂ ਦੇ ਸਮੁੰਦਰ ਵਿੱਚੋਂ ਇੱਕ ਦੇ ਬਾਅਦ ਇੱਕ ਆਉਂਦੇ ਹਨ, ਜੋ ਕਿ ਪਰਮੇਸ਼ਰ ਦੇ ਨਜ਼ਰੀਏ ਨਾਲ ਦੇਸ਼ ਅਤੇ ਜਗਤ ਦੇ ਰਾਜ ਹਨ। ਅਸੀਂ ਖੰਭਾਂ ਵਾਲਾ ਸ਼ੇਰ ਵੇਖਿਆ ਜੋ ਬੇਬੀਲੋਨ ਨੂੰ ਪ੍ਰਗਟ ਕਰਦਾ ਹੈ। ਇਸ ਦੇ ਬਾਅਦ ਰਿਸ਼, ਜਿਹਦੇ ਮੂੰਹ ਵਿੱਚ 3 ਪਸਲੀਆਂ ਹਨ, ਜੋ ਮਾਦੀ ਫਾਰਸੀ ਨੂੰ ਪ੍ਰਗਟ ਕਰਦਾ ਹੈ। ਇਸ ਦੇ ਬਾਅਦ ਚੀਤਾ, ਜੋ ਯੂਨਾਨ ਨੂੰ ਪ੍ਰਗਟ ਕਰਦਾ ਹੈ। ਤਦ ਐਸਾ ਦਰਿੰਦਾ ਆਉਂਦਾ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਕਦੀ ਨਹੀਂ ਵੇਖਿਆ ਅਤੇ ਨਾ ਹੀ ਕਿਸੇ ਵਰਗਾ ਉਹ ਹੈ। ਜ਼ਾਲਮ ਦਰਿੰਦਾ ਜਿਸ ਦੇ ਲੋਹੇ ਦੇ ਦੰਦ ਸਨ, ਜੋ ਰੋਮ ਰਾਜ ਅਤੇ ਉਸ ਦੀ ਸ਼ਹਿਨਸ਼ੀਅਤ ਨੂੰ ਪ੍ਰਗਟ ਕਰਦਾ ਹੈ। ਉਹ ਸਾਰੇ ਦਰਿੰਦਿਆਂ ਦੀ ਇੱਕ ਤਸਵੀਰ ਸੀ ਜਿਸ ਨੂੰ ਪਰਮੇਸ਼ਰ ਜਗਤ ਦੇ ਰਾਜ ਦੇ ਨਜ਼ਰੀਏ ਨਾਲ ਵੇਖਦਾ ਹੈ, ਜੋ ਆਪਣੇ ਸ਼ਿਕਾਰ ਨੂੰ ਖਾ ਜਾਣ ਅਤੇ ਕੁਚਲ ਦੇਣਾ ਚਾਹੁੰਦੇ ਹਨ। ਦਾਨੀਏਲ ਅਧਿਆਇ 2 ਦੀ ਇਨਸਾਨੀ ਪ੍ਰਕਿਰਤੀ ਨੂੰ ਪ੍ਰਗਟ ਕਰਦਾ ਹੈ ਕਿ ਉਹ ਕੀ ਕਰਨ ਦੇ ਯੋਗ ਹਨ। ਉਹ ਆਪਣੇ ਰਾਜ ਨੂੰ ਇੱਕ ਵਿਸ਼ਾਲ ਸੋਨੇ ਦੀ ਤਰ੍ਹਾਂ ਬਹਿਮੁੱਲਾ ਪੇਸ਼ ਕਰਨਾ ਚਾਹੁੰਦੇ ਹਨ, ਪਰ ਦਾਨੀਏਲ ਅਧਿਆਇ 7 ਉਸ ਤਸਵੀਰ ਨੂੰ ਪ੍ਰਗਟ ਕਰਦਾ ਹੈ ਜੋ ਪਰਮੇਸ਼ਰ ਦੇ ਨਜ਼ਰੀਆ ਹੈ। ਪਰਮੇਸ਼ਰ ਦੱਸਦਾ ਹੈ ਜਗਤ ਦੇ ਦੇਸ਼ ਦਰਿੰਦਿਆਂ ਦੀ ਤਰ੍ਹਾਂ ਇੱਕ ਦੂਜੇ ਨੂੰ ਖਾ ਜਾਣਾ ਚਾਹੁੰਦੇ ਹਨ ਅਤੇ ਇੱਕ ਦੂਜੇ ਤੇ ਹਮਲਾ ਕਰਦੇ ਹਨ। ਅੱਜ ਸੰਸਾਰ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਅਸੀਂ ਜੰਗਲੀ ਵਾਤਾਵਰਣ ਵਿੱਚ ਰਹਿ ਰਹੇ ਹਾਂ ਜਦ ਇੱਕ ਦੇਸ਼ ਦੂਜੇ ਪਿੱਛੇ ਪਿਆ ਹੋਇਆ ਹੈ ਅਤੇ ਹਰ ਪਾਸੇ ਇੱਕ ਜੰਗ ਚੱਲ ਰਹੀ ਹੈ। ਅਚਾਨਕ ਦਾਨੀਏਲ ਦੇ ਅੱਧੇ ਸੁਪਨੇ ਦੇ ਬਾਅਦ ਦ੍ਰਿਸ਼ ਵਿੱਚ ਇੱਕ ਬਦਲਾਅ ਨਜ਼ਰ ਆਉਂਦਾ ਹੈ। ਮੈਨੂੰ ਯਾਦ ਹੈ ਡੇਵਿਡ ਕੂਪਰ ਨੇ
ਆਖਿਆ ਹੈ ਕਿ ਦਾਨੀਏਲ ਦੀ ਕਿਤਾਬ ਇੱਕ ਸ਼ਬਦ ਰਥ ਸ਼ਾਸਤਰ ਹੈ। ਉਸਨੇ ਆਖਿਆ ਸੀ, ਇਸ ਨੂੰ ਸਮਝਣ ਲਈ ਤੁਹਾਨੂੰ ਖੁਦ ਸੁਪਨਾ ਲੈਣਾ ਪਵੇਗਾ। ਜ਼ਰੂਰਤ ਹੈ ਕਿ ਤੁਸੀਂ ਆਪਣੇ ਆਪ ਨੂੰ ਹਨੇਰੇ ਵਿੱਚ ਬੈਠਾ ਹੋਇਆ ਮਹਿਸੂਸ ਕਰੋ ਅਤੇ ਦਾਨੀਏਲ ਦੇ ਦਰਸ਼ਨਾਂ ਨੂੰ ਫਿਲਮ ਦੇ ਪਰਦੇ ਦੀ ਤਰ੍ਹਾਂ ਵੇਖੋ ਅਤੇ ਇਸ ਨੂੰ ਦੋ ਭਾਗ ਵਿੱਚ ਵੰਡੋ, ਉਤਲਾ ਭਾਗ ਅਤੇ ਨਿਚਲਾ ਭਾਗ। ਅਧਿਆਇ 7 ਦੇ ਪਹਿਲੇ ਭਾਗ ਦੀ ਫਿਲਮ ਸ਼ੁਰੂ ਹੁੰਦੀ ਹੈ। ਸਕਰੀਨ ਦੇ ਨਿਚਲੇ ਭਾਗ ਉੱਤੇ ਜੋ ਪ੍ਰਗਟ ਕਰਦੀ ਹੈ ਸ਼ੇਰ ਵਰਗਾ ਦਰਿੰਦਾ ਪਾਣੀ ਤੋਂ ਬਾਹਰ ਆ ਰਿਹਾ ਹੈ। ਇਸ ਦਰਿੰਦੇ ਦੇ ਬਾਅਦ ਰਿਛ ਵਰਗਾ ਦਰਿੰਦਾ ਨਿਕਲਦਾ ਹੈ ਜੋ ਨਾਸ਼ ਕਰਦਾ ਹੈ ਅਤੇ ਜਿਹੜਾ ਉਸ ਨੂੰ ਛੂੰਹਦਾ ਹੈ ਉਸ ਨੂੰ ਖਾ ਜਾਂਦਾ ਹੈ। ਇਸ ਦੇ ਬਾਅਦ ਚੀਤੇ ਵਰਗਾ ਸਕਰੀਨ ਤੇ ਪ੍ਰਗਟ ਹੁੰਦਾ ਹੈ। ਅੰਤ ਵਿੱਚ ਵੇਖਣ ਵਾਲੇ ਦੀਆਂ ਅੱਖਾਂ ਸਾਹਮਣੇ ਇੱਕ ਖੂੰਖਾਰ ਦਰਿੰਦਾ ਪ੍ਰਗਟ ਹੁੰਦਾ ਹੈ। ਇਸ ਵਰਗਾ ਕੋਈ ਹੋਰ ਨਹੀਂ ਜਿਸ ਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਵੇਖਿਆ ਹੋਵੇ। ਅਤੇ ਜਦ ਇਹ ਚੌਥਾ ਦਰਿੰਦਾ ਸਕਰੀਨ ਤੇ ਪ੍ਰਗਟ ਹੁੰਦਾ ਹੈ, ਇਹ ਨਿਗਲੀ ਜਾ ਰਿਹਾ ਹੈ ਅਤੇ ਦੇਸ਼ਾਂ ਦੇ ਟੋਟੇ-ਟੋਟੇ ਕਰ ਰਿਹਾ ਹੈ। ਇਹ ਸਕਰੀਨ ਦੇ ਉੱਪਰਲੇ ਹਿੱਸੇ ਦੀ ਤਸਵੀਰ ਹੈ ਜੋ ਪੇਸ਼ ਹੁੰਦੀ ਹੈ। ਅਸੀਂ ਵੇਖਦੇ ਹਾਂ ਸਮੇਂ ਦਾ ਪ੍ਰਾਚੀਨ ਸਵਰਗ ਵਿੱਚ ਆਪਣੀ ਮਹਿਮਾ ਵਿੱਚ ਆਪਣੇ ਸਿਆਸਨ ਤੇ ਬੈਠਾ ਹੈ। ਅਸੀਂ ਸਕਰੀਨ ਦੇ ਅੱਧੇ ਹਿੱਸੇ ਵਿੱਚ ਵੇਖਦੇ ਹਾਂ ਕਿ ਸਵਰਗ ਵਿੱਚ ਕੀ ਹੋ ਰਿਹਾ ਹੈ, ਜਦ ਕਿ ਅਸੀਂ ਇਹ ਵੇਖਦੇ ਹਾਂ ਕਿ ਧਰਤੀ ਉੱਪਰ ਰੋਮਨ ਰਾਜ ਵਿੱਚ ਕੀ ਹੋ ਰਿਹਾ ਹੈ। ਪੁਰਾਣੇ ਨੇਮ ਵਿੱਚ ਕਿਸੇ ਭਵਿੱਖਬਾਣੀ ਨੂੰ ਪੜ੍ਹਨ ਵਿੱਚ ਹੀ ਇਹ ਦਿੱਕਤ ਆਉਂਦੀ ਹੈ ਕਿ ਇਹ ਭਵਿੱਖਵਕਤਾ ਅਕਸਰ ਭਵਿੱਖਬਾਣੀ ਕਰਦੇ ਹੋਏ ਭਵਿੱਖ ਦੇ ਬਾਰੇ ਸੋਚਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਪਹਾੜਾਂ ਵੱਲ ਜਾਂਦੇ ਹੋਏ ਵੇਖਦੇ ਹੋ ਕਿ ਉੱਥੇ ਇੱਕ ਵੱਡਾ ਪਰਬਤ ਹੋਵੇਗਾ, ਪਰ ਜਿਸ ਤਰ੍ਹਾਂ ਤੁਸੀਂ ਉਸ ਦੇ ਨੇੜੇ ਪਹੁੰਚਦੇ ਹੋ ਤਾਂ ਤੁਸੀਂ ਅਹਿਸਾਸ ਕਰਦੇ ਹੋ ਕਿ ਇਹ ਤਾਂ ਇੱਕ ਅਜੀਬ ਤਰੀਕੇ ਦੀ ਚੋਟੀ ਹੈ। ਜਲਦੀ ਹੀ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹ ਪਰਬਤ ਨਹੀਂ ਹੈ। ਦੂਰੋਂ ਤੁਸੀਂ ਇਸ ਚੀਜ਼ ਦਾ ਅਹਿਸਾਸ ਨਹੀਂ ਕਰ ਸਕਦੇ, ਪਰ ਨੇੜੇ ਜਾ ਕੇ ਇਸ ਦਾ ਅਹਿਸਾਸ ਕਰ ਸਕਦੇ ਹੋ। ਠੀਕ ਇਸੇ ਤਰ੍ਹਾਂ ਹੀ ਪੁਰਾਣੇ ਨੇਮ ਦੇ ਨਬੀ ਭਵਿੱਖ ਨੂੰ ਵੇਖਦੇ ਸਨ। ਜਦ ਉਹ ਲਿਖਦੇ ਸਨ, ਦਾਨੀਏਲ, ਯਸ਼ਾਇਆ, ਜ਼ਰਮੀਆ ਨੇ ਭਵਿੱਖ ਨੂੰ ਵੇਖਿਆ ਅਤੇ ਉਹਨਾਂ ਨੇ ਵੇਖਿਆ ਕਿ ਯਿਸੂ ਮਸੀਹ ਆਇਆ ਹੈ, ਪਰ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉਹ ਕਿਹੜੇ ਤਰੀਕੇ ਨਾਲ ਆ ਰਿਹਾ ਹੈ। ਉਹਨਾਂ ਨੇ ਤੇ ਬਸ ਇਹ ਵੇਖਿਆ ਕਿ ਉਹ ਆ ਰਿਹਾ ਹੈ, ਜਨਮ ਲੈ ਰਿਹਾ ਹੈ ਅਤੇ ਰਾਜ ਕਰੇਗਾ। ਉਹ ਇਹ ਨਹੀਂ ਜਾਣਦੇ ਸਨ ਕਿ ਦੋ ਅਲੱਗ ਸਮੇਂ ਹੋਣਗੇ ਜਿਨ੍ਹਾਂ ਵਿੱਚ ਕਈ ਸਾਲਾਂ ਦਾ ਅੰਤਰ ਹੋਵੇਗਾ। ਪਹਿਲਾ ਆਗਮਨ ਅਤੇ ਦੂਸਰਾ ਆਗਮਨ ਬਾਈਬਲ ਸਪਸ਼ਟ ਹੈ ਜਦ ਅਸੀਂ ਨਵੇਂ ਨੇਮ ਨੂੰ ਪੜ੍ਹਦੇ ਹਾਂ ਅਤੇ ਪੁਰਾਣੇ ਨੇਮ ਦੀ ਵਿਆਖਿਆ ਕਰਦੇ ਹਾਂ। ਮੈਂ ਚਾਹੁੰਦਾ ਹਾਂ ਕਿ ਸੰਦੇਸ਼ ਦੇ ਬਾਰੇ ਜਾਣਨ ਤੋਂ ਪਹਿਲਾਂ ਇੱਕ ਵਿਆਖਿਆ ਦਵਾਂ ਤਾਂ ਕਿ ਤੁਸੀਂ ਸਮਝ ਜਾਓ ਕਿ ਬਾਈਬਲ ਵਿੱਚ ਪੁਰਾਣੇ ਨੇਮ ਵਿੱਚ ਅਕਸਰ ਕਈ ਸਾਲਾਂ ਨੂੰ ਇਕੱਠਾ ਕਰਕੇ ਇੱਕ ਭਾਗ ਵਿੱਚ ਦਰਸਾਇਆ ਗਿਆ ਹੈ, ਜਿਸ ਨੂੰ ਬਾਅਦ ਵਿੱਚ ਅਸੀਂ ਨਵੇਂ ਨੇਮ ਵਿੱਚ ਅਲੱਗ-ਅਲੱਗ ਕੀਤਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਲਈ ਕੁਝ ਕਰੋ। ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਬਾਈਬਲ ਵਿੱਚ ਯਸ਼ਾਇਆ ਦੀ ਕਿਤਾਬ ਦਾ ਅਧਿਆਇ 61 ਕੱਢੋ ਅਤੇ ਹੁਣ ਮੈਂ ਚਾਹੁੰਦਾ ਹਾਂ ਇਸ ਉੱਤੇ ਆਪਣਾ ਹੱਥ ਰੱਖੋ ਅਤੇ ਲੂਕਾ ਦੀ ਕਿਤਾਬ ਅਧਿਆਇ 4 ਕੱਢੋ। ਹੁਣ ਮੈਂ ਚਾਹੁੰਦਾ ਹਾਂ ਤੁਸੀਂ ਦੋਵਾਂ ਨੂੰ ਇਕੱਠੇ ਵੇਖੋ ਕਿਉਂਕਿ ਮੈਂ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦਾ। ਇਸ ਲਈ ਜਲਦੀ ਹੀ ਯਸ਼ਾਇਆ ਦੇ ਬਾਅਦ ਲੂਕਾ ਵਿੱਚ ਚਲੋ। ਲੂਕਾ ਵਿੱਚ ਵੇਖਦੇ ਹੋਏ ਯਸ਼ਾਇਆ ਨੂੰ ਨਾ ਭਾਲੋ ਕਿਉਂਕਿ ਸਾਨੂੰ ਉਸ ਦੀ ਜ਼ਰੂਰਤ ਹੈ। ਜਦ ਤੁਸੀਂ ਇਸ ਤਰ੍ਹਾਂ ਕਰ ਰਹੇ ਹੋਵੋਗੇ ਤਾਂ ਤੁਸੀਂ ਵੇਖੋਗੇ ਕਿ ਪੁਰਾਣੇ ਨੇਮ ਵਿੱਚ ਕੀਤੀ ਗਈ ਭਵਿੱਖਬਾਣੀ ਜਦ ਭਵਿੱਖ ਵਿੱਚ ਪੂਰੀ ਹੁੰਦੀ ਹੈ ਤਾਂ ਇਸ ਵਿੱਚ ਕਈ ਸਾਲਾਂ ਦਾ ਅੰਤਰ ਆ ਜਾਂਦਾ ਹੈ। ਕਈ ਭਵਿੱਖਬਾਣੀਆਂ ਇਸ ਤਰ੍ਹਾਂ ਯਿਸੂ ਮਸੀਹ ਦੇ ਸਮੇਂ ਦੇ ਬਾਅਦ ਵੀ ਪੂਰੀਆਂ ਹੋਈਆਂ। ਯਿਸੂ ਮਸੀਹ ਦਾ ਜਨਮ ਰੋਮਨ ਰਾਜ ਵਿੱਚ ਹੋਇਆ ਅਤੇ ਕਈ ਭਵਿੱਖਬਾਣੀਆਂ ਉਸ ਦੇ ਜਨਮ ਦੇ ਬਾਅਦ ਕਾਲ ਕਰਮ ਵਿੱਚ ਪੂਰੀਆਂ ਹੋਈਆਂ। ਇਸ ਲਈ ਜਿਨ੍ਹਾਂ ਨੇ ਭਵਿੱਖਬਾਣੀ ਦੀ ਵਿਆਖਿਆ ਕੀਤੀ, ਸਾਨੂੰ ਦੱਸਿਆ ਕਿ ਯਿਸੂ ਮਸੀਹ ਦੀ ਕਲੀਸਿਆ ਹੀ ਰੋਮਨ ਰਾਜ ਦੀ ਤਬਾਹੀ ਦਾ ਕਾਰਨ ਸੀ ਅਤੇ ਅਸੀਂ ਉਸ ਦੀ ਕਲੀਸਿਆ ਹੀ ਰੋਮਨ ਰਾਜ ਦੀ ਅਸਫਲਤਾ ਦਾ ਕਾਰਨ ਬਣੀ। ਜਦ ਤੁਸੀਂ ਇਤਿਹਾਸ ਪੜ੍ਹਦੇ ਹੋ, ਤੁਸੀਂ ਜਾਣ ਜਾਓਗੇ ਕਿ ਅਸੀਂ ਹੀ ਉਸ ਉੱਪਰ ਸ਼ਕਤੀਸ਼ਾਲੀ ਬਣੇ। ਤੁਸੀਂ ਸਿਰਫ ਇੱਕ ਤਰੀਕੇ ਨਾਲ ਹੀ ਭਵਿੱਖਬਾਣੀ ਨੂੰ ਸਮਝ ਸਕਦੇ ਹੋ ਜੋ ਪੁਰਾਣੇ ਨੇਮ ਵਿੱਚ ਭਵਿੱਖ ਦੀ ਘਟਨਾਵਾਂ ਲਈ ਕੀਤੀ ਗਈ। ਉਹ ਯਿਸੂ ਮਸੀਹ ਦੇ ਸਮੇਂ ਕਾਲ ਵਿੱਚ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਵਿੱਖਬਾਣੀ ਦੀ ਇੱਕ ਐਤ ਅਤੇ ਦੂਜੀ ਐਤ ਵਿੱਚ ਇੱਕ ਵੱਡਾ ਸਮੇਂ ਹੈ। ਅਸੀਂ ਯਸ਼ਾਇਆ 61 ਪੜ੍ਹ ਰਹੇ ਹਾਂ। ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਯਹੋਵਾ ਨੇ ਮੈਨੂੰ ਮਸਾ ਕੀਤਾ ਹੈ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਕੱਲਿਆ ਹੈ ਭਾਈ ਮੈਂ ਟੁੱਟੇ ਦਿਲ ਵਾਲਿਆਂ ਤੇ ਪੱਟੀ ਬੰਨਾਂ ਅਤੇ ਬੰਦੂਆਂ ਨੂੰ ਛੁੱਟਣ ਦਾ, ਅਸੀਰਾਂ ਨੂੰ ਖੋਲ੍ਹਣ ਦਾ ਪ੍ਰਚਾਰ ਕਰਾਂ। ਭਾਈ ਮੈਂ ਯਹੋਵਾ ਦੇ ਮਨ ਭਾਉਂਦੇ ਵਰੇ ਦਾ ਅਤੇ ਸਾਡੇ ਪਰਮੇਸ਼ਰ ਦੇ ਬਦਲਾ ਲੈਣ ਦੇ ਦਿਨ ਦਾ ਪ੍ਰਚਾਰ ਕਰਾਂ।
ਯਸ਼ਾਇਆ 61 ਅਧਿਆਇ 1 ਵਚਨ ਤੋਂ ਲੈ ਕੇ 2 ਵਚਨ ਤੱਕ। ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਇਹ ਭਵਿੱਖਬਾਣੀ ਯਿਸੂ ਮਸੀਹ ਦੇ ਧਰਤੀ ਤੇ ਆਉਣ ਦੇ ਬਾਰੇ ਹੈ ਅਤੇ ਭਵਿੱਖਬਾਣੀ ਦੱਸਦੀ ਹੈ ਕਿ ਜਦ ਉਹ ਧਰਤੀ ਤੇ ਆਵੇਗਾ ਤਦ ਉਹ ਇਹ ਚੀਜ਼ਾਂ ਕਰੇਗਾ। ਉਹ ਸ਼ੁਭ ਸਮਾਚਾਰ ਦਾ ਪ੍ਰਚਾਰ ਕਰੇਗਾ ਅਤੇ ਟੁੱਟੇ ਦਿਲ ਵਾਲਿਆਂ ਤੇ ਪੱਟੀ ਬੰਨੇਗਾ ਅਤੇ ਬੰਦੂਆਂ ਦੀ ਛੁੱਟਣ ਦਾ ਐਲਾਨ ਕਰੇਗਾ ਅਤੇ ਅਸੀਰਾਂ ਨੂੰ ਖੋਲਣ ਦਾ ਪ੍ਰਚਾਰ ਕਰੇਗਾ ਅਤੇ ਪਰਮੇਸ਼ਰ ਦੇ ਬਦਲਾ ਲੈਣ ਦੇ ਦਿਨ ਦਾ ਪ੍ਰਚਾਰ ਕਰੇਗਾ। ਯਿਸੂ ਨੇ ਇਹ ਸਭ ਕੁਝ ਕਦੋਂ ਕੀਤਾ? ਅਤੇ ਇਹ ਉਸਨੇ ਤਦ ਕੀਤਾ ਜਦ ਉਹ ਪਹਿਲੀ ਵਾਰ ਆਇਆ ਅਤੇ ਬੈਤਲਹਮ ਵਿੱਚ ਜਨਮ ਲਿਆ। ਇਹ ਸਭ ਕੁਝ ਉਸ ਦੇ ਪਹਿਲੀ ਵਾਰ ਆਉਣ ਨਾਲ ਹੋਇਆ। ਅਸੀਂ ਦੂਜੀ ਐਤ ਨੂੰ ਪੜ੍ਹਦੇ ਹਾਂ ਜੋ ਦੱਸਦੀ ਹੈ ਸਾਡੇ ਪਰਮੇਸ਼ਰ ਦੇ ਬਦਲਾ ਲੈਣ ਦੇਣ ਦੇ ਦਿਨ। ਕੀ ਇਹ ਹੋਇਆ ਜਦ ਯਿਸੂ ਮਸੀਹ ਪਹਿਲੀ ਵਾਰ ਆਇਆ? ਇਹ ਗੱਲ ਤਾਂ ਉਸ ਦੇ ਦੂਜੇ ਅਗਮਾਨ ਦੇ ਬਾਰੇ ਹੈ। ਕੀ ਇਹ ਠੀਕ ਨਹੀਂ ਹੈ? ਅਸੀਂ ਜਾਣਦੇ ਹਾਂ ਜਦ ਉਹ ਦੂਜੀ ਵਾਰ ਆਵੇਗਾ ਤਾਂ ਉਹ ਭਵਿੱਖ ਦੀ ਤਲਵਾਰ ਨਾਲ ਦੇਸ਼ਾਂ ਦਾ ਨਿਆਂ ਕਰੇਗਾ। ਆਓ ਵੇਖੀਏ ਯਿਸੂ ਤੁਹਾਨੂੰ ਕਿਸ ਤਰ੍ਹਾਂ ਸ਼ਾਸਤਰ ਦੇ ਇਸ ਲੇਖ ਦੀ ਵਿਆਖਿਆ ਕਰਨ ਲਈ ਆਖਦਾ ਹੈ। ਲੂਕਾ ਅਧਿਆਇ 4 ਵਿੱਚ ਚੱਲੋ। ਲੂਕਾ ਅਧਿਆਇ 4 ਦੀ ਐਤ 16 ਤੋਂ 19 ਦੱਸਦੀ ਹੈ। ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਾਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ ਅਤੇ ਯਸ਼ਾਇਆ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ। ਹੁਣ ਪ੍ਰਭੂ ਯਸ਼ਾਇਆ 61 ਦੇ ਬਾਰੇ ਦੱਸਣ ਜਾ ਰਿਹਾ ਹੈ ਅਤੇ ਅਸੀਂ ਉਸ ਦੀ ਦੇਵੀ ਵਿਆਖਿਆ ਸੁਣਨ ਜਾ ਰਹੇ ਹਾਂ। ਠੀਕ ਹੈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਉਸਨੇ ਮੈਨੂੰ ਮਸਾ ਕੀਤਾ ਹੈ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਬੰਦੂਆਂ ਨੂੰ ਛੁੱਟਣਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆਂ ਨੂੰ ਛਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਬਰੇ ਦਾ ਪ੍ਰਚਾਰ ਕਰਾਂ। ਅਤੇ ਉਸਨੇ ਪੋਥੀ ਨੂੰ ਬੰਦ ਕਰ ਦਿੱਤਾ। ਆਓ ਹੁਣ ਫਿਰ ਯਸ਼ਾਇਆ 61 ਵਿੱਚ ਚਲੀਏ। ਪ੍ਰਭੂ, ਤੁਸੀਂ ਐਤ 2 ਦਾ ਇੱਕ ਹਿੱਸਾ ਭੁੱਲ ਗਏ ਹੋ। ਨਹੀਂ, ਉਹ ਭੁੱਲਿਆ ਨਹੀਂ ਹੈ। ਕੀ ਉਹ ਭੁੱਲਿਆ ਹੈ? ਤੁਸੀਂ ਵੇਖਦੇ ਹੋ ਪ੍ਰਭੂ ਤਾਂ ਯਸ਼ਾਇਆ 61 ਅਧਿਆਇ 1 ਤਾਂ 2 ਦਾ ਇਸਤੇਮਾਲ ਆਪਣੀ ਧਰਤੀ ਦੀ ਸੇਵਕਾਈ ਦੇ ਪ੍ਰਤੀ ਕਰ ਰਿਹਾ ਸੀ ਅਤੇ ਜਦ ਉਹ ਇਸ ਭਾਗ ਉੱਤੇ ਆਇਆ ਇਹ ਤਾਂ ਉਸਨੇ ਆਪਣੇ ਦੂਜੇ ਅਕਮਾਨ ਤੇ ਕਰਨਾ ਸੀ। ਉਹ ਰੁਕ ਗਿਆ ਕਿਉਂਕਿ ਉਸ ਦੀ ਧਰਤੀ ਦੀ ਸੇਵਕਾਈ ਨਾਲ ਕੁਝ ਲੈਣ ਦੇਣ ਨਹੀਂ ਸੀ। ਤੁਸੀਂ ਵੇਖਿਆ ਜਦ ਕਿ ਪ੍ਰਭੂ ਜਾਣਦਾ ਸੀ ਕਿ ਨਬੀ ਯਸ਼ਾਇਆ ਦੀ ਭਵਿੱਖਬਾਣੀ ਵਿੱਚ ਉਸ ਦੇ ਪਹਿਲੇ ਅਤੇ ਦੂਜੇ ਅਗਮਾਨ ਵਿੱਚ ਇੱਕ ਵੱਡੇ ਸਮੇਂ ਦਾ ਅੰਤਰ ਹੈ। ਜਦ ਤੁਸੀਂ ਇਸ ਅਧਿਆਇ ਵਿੱਚ ਜਿਸ ਨੂੰ ਤੁਸੀਂ ਪੜ੍ਹ ਰਹੇ ਹੋ ਜੋ 7ਵਾਂ ਅਧਿਆਇ ਹੈ ਅਤੇ ਐਤ 7 ਵਿੱਚ ਰੋਮਨ ਰਾਜ ਦੇ ਬਾਰੇ ਪੜ੍ਹਦੇ ਹੋ ਅਤੇ ਤੁਸੀਂ ਪੜ੍ਹਿਆ ਕਿ ਦਰਿੰਦਾ ਵੱਧਦੇ ਨੂੰ ਆਪਣੇ ਪੈਰਾਂ ਹੇਠਾਂ ਲਿਤਾੜਦਾ ਸੀ ਅਤੇ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵੱਖਰਾ ਸੀ ਅਤੇ ਉਸ ਦੇ 10 ਸਿੰਘ ਸਨ। ਤੁਸੀਂ ਰੁਕ ਕੇ ਕਹਿ ਸਕਦੇ ਹੋ ਰੋਮ ਰਾਜ ਦੇ ਕਦੇ ਵੀ 10 ਸਿੰਘ ਨਹੀਂ ਸਨ। ਇਤਿਹਾਸ ਵਿੱਚ ਕਿਤੇ ਵੀ ਇਹ ਹਵਾਲਾ ਨਹੀਂ ਮਿਲਦਾ ਕਿ ਰੋਮ ਰਾਜ ਦੇ 10 ਹਿੱਸੇ ਸਨ। ਇਸ ਲਈ ਅਸੀਂ ਵੇਖਦੇ ਹਾਂ ਦਾਨੀਏਲ 7 ਅਧਿਆਇ 7 ਵਚਨ ਅਤੇ ਐਤ ਜੋ ਅਸੀਂ ਪਹਿਲਾਂ ਪੜ੍ਹੀ ਉਸ ਦੇ ਵਿੱਚ ਬਹੁਤ ਵੱਡਾ ਸਮੇਂ ਦਾ ਅੰਤਰ ਹੈ। ਸਪਸ਼ਟ ਹੈ ਉਹ ਗੱਲਾਂ ਤਾਂ ਉਸ ਦੇ ਦੂਜੇ ਅਗਮਾਨ ਵਿੱਚ ਪੂਰੀਆਂ ਹੋਣਗੀਆਂ। ਰਾਜਾ ਮਸੀਹ ਵਿਰੋਧੀ ਅਤੇ ਮਨੁੱਖ ਦੇ ਪੁੱਤਰ ਨੂੰ ਦਾਨੀਏਲ 7 ਅਧਿਆਇ 7 ਦੇ ਪਹਿਲੇ ਭਾਗ ਵਿੱਚੋਂ 2000 ਸਾਲ ਲਈ ਹਟਾ ਦਿੱਤਾ ਗਿਆ ਹੈ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਹੁਣ ਅਸੀਂ ਸਕਰੀਨ ਦੇ ਉੱਪਰਲੇ ਭਾਗ ਤੇ ਜਾ ਰਹੇ ਹਾਂ। ਅਸੀਂ ਸਵਰਗ ਦੇ ਸਿਆਸਨ ਵੱਲ ਜਾ ਰਹੇ ਹਾਂ। ਸ਼ਾਸਤਰ ਦੱਸਦਾ ਹੈ ਕਿ ਦਾਨੀਏਲ ਨੇ ਇੱਕ ਦਰਸ਼ਨ ਡਿੱਠਾ ਅਤੇ ਇਹ ਦਰਸ਼ਨ ਸਮੇਂ ਦੇ ਪ੍ਰਾਚੀਨ ਦਾ ਸੀ। ਕੀ ਤੁਸੀਂ ਜਾਣਦੇ ਹੋ ਕਿ ਇਹ ਅਧਿਆਇ ਹੀ ਬਾਈਬਲ ਦਾ ਉਹ ਅਧਿਆਇ ਹੈ ਜੋ ਸਮੇਂ ਦੇ ਪ੍ਰਾਚੀਨ ਦੇ ਬਾਰੇ ਬਿਆਨ ਕਰਦਾ ਹੈ ਅਤੇ ਇਹ 3 ਵਾਰ ਕੀਤਾ ਗਿਆ ਹੈ। ਸਮੇਂ ਦੇ ਪ੍ਰਾਚੀਨ ਦੇ ਬਾਰੇ ਬਾਈਬਲ ਵਿੱਚ ਕਿਤੇ ਹੋਰ ਬਿਆਨ ਨਹੀਂ ਕੀਤਾ ਗਿਆ। ਇਸ ਅਧਿਆਇ ਵਿੱਚ 3 ਵਾਰ ਕੀਤਾ ਗਿਆ ਹੈ। ਇਹ ਇਕੱਲੀ ਐਤ ਪੂਰੀ ਬਾਈਬਲ ਵਿੱਚ ਹੈ ਜੋ ਪਰਮੇਸ਼ਰ ਨੂੰ ਮਨੁੱਖ ਰੂਪ ਵਿੱਚ ਦਰਸਾਉਂਦੀ ਹੈ। ਉਹ ਮਨੁੱਖ ਨਹੀਂ ਹੈ, ਉਹ ਤਾਂ ਆਤਮਾ ਹੈ, ਪਰ ਦਾਨੀਏਲ ਪਰਮੇਸ਼ਰ ਨੂੰ ਉਸ ਤਰ੍ਹਾਂ ਬਿਆਨ ਕਰਦਾ ਹੈ ਕਿ ਅਸੀਂ ਪਰਮੇਸ਼ਰ ਨੂੰ ਉਸ ਤਰ੍ਹਾਂ ਸਮਝ ਸਕੀਏ ਜਿਸ ਤਰ੍ਹਾਂ ਕਿ ਉਹ ਹੈ। ਅਸੀਂ ਆਪਣੀ ਮਨ ਦੀਆਂ ਅੱਖਾਂ ਵਿੱਚ ਵੇਖ ਸਕਦੇ ਹਾਂ। ਦਾਨੀਏਲ ਪਿਤਾ ਪਰਮੇਸ਼ਰ ਨੂੰ ਸਮੇਂ ਦਾ ਪ੍ਰਾਚੀਨ ਕਰਕੇ ਵੇਖਦਾ ਹੈ। ਇਸ ਦਾ ਸ਼ਬਦ ਅਰਥ ਹੈ ਬਹੁਤ ਹੀ ਪੁਰਾਣਾ। ਉਹ ਇੱਕ ਜੋ ਹਮੇਸ਼ਾ ਹੈ। ਉਹ ਇੱਕ ਜਿਸ ਦੀ ਕੋਈ ਸ਼ੁਰੂਆਤ ਨਹੀਂ। ਜਦ ਉਸਨੇ ਉਸ ਨੂੰ ਵੇਖਿਆ ਤਾਂ ਉਸਨੇ ਉਸ ਨੂੰ ਉਸ ਦੀ ਪਵਿੱਤਰਤਾਈ, ਅਨੰਤਤਾ ਅਤੇ ਮਹਿਮਾ ਅਤੇ ਪਰਮੇਸ਼ਰ ਦੇ ਹੋਰ ਵੀ ਗੁਣਾ ਸਹਿਤ ਸਵਰਗ ਵਿੱਚ ਡਿੱਠਾ। ਨੰਬਰ 1, ਸਮੇਂ ਦਾ ਅਤ ਪ੍ਰਾਚੀਨ ਸਵਰਗ ਵਿੱਚ। ਤੁਹਾਨੂੰ ਇੱਥੇ ਭੇਦ ਨੂੰ ਸਮਝਣਾ ਪਵੇਗਾ। ਸਕਰੀਨ ਦੇ ਹੇਠਲੇ ਹਿੱਸੇ ਵਿੱਚ ਦੰਗਾ, ਅਗਜਕਤਾ
ਜ਼ਾਲਮਾਂ ਦਾ ਡੇਰਾ ਅਤੇ ਹੋਰ ਕਈ ਭਿਅੰਕਰ ਚੀਜ਼ਾਂ ਹਨ। ਸਕਰੀਨ ਦੇ ਉੱਪਰਲੇ ਹਿੱਸੇ ਵਿੱਚ ਮਹਿਮਾ ਦੇ ਸਿਆਸਨ ਦਾ ਕਮਰਾ ਅਤੇ ਸਮੇਂ ਦਾ ਪ੍ਰਾਚੀਨ ਆਪਣੇ ਸਿਆਸਨ ਤੇ ਬੈਠਾ ਹੈ। ਭਾਗ ਊੜਾ, ਉਸ ਦੀ ਅਨੰਤਤਾ। ਬਾਈਬਲ ਉਸ ਦੇ ਬਾਰੇ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੀ ਅਨੰਤਤਾ ਵਿੱਚ ਵਾਸ ਕਰਦਾ ਹੈ। ਉਹ ਸਮੇਂ ਦਾ ਪ੍ਰਾਚੀਨ ਹੈ, ਉਹ ਸਮੇਂ ਦਾ ਮੂਲ ਹੈ। ਜ਼ਬੂਰਾਂ ਦੀ ਪੋਥੀ 90 ਅਧਿਆਇ 2 ਵਚਨ ਦੱਸਦਾ ਹੈ, ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ ਅਤੇ ਧਰਤੀ ਔਰ ਜਗਤ ਨੇ ਤੂੰ ਰਚਿਆ, ਆਦਿ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਰ ਹੈ। ਉਸ ਦੀ ਕੋਈ ਸ਼ੁਰੂਆਤ ਨਹੀਂ ਹੈ, ਉਸ ਦਾ ਕੋਈ ਜਨਮ ਨਹੀਂ ਹੋਇਆ, ਉਹ ਹਮੇਸ਼ਾ ਅਤੇ ਹਮੇਸ਼ਾ ਸੀ। ਯਸ਼ਾਇਆ 57 ਅਧਿਆਇ 15 ਦੱਸਦਾ ਹੈ ਕਿ ਪਰਮੇਸ਼ਰ ਸਦਾ ਕਾਇਮ ਹੈ। ਉਹ ਉੱਚੇ ਅਤੇ ਪਵਿੱਤਰ ਸਥਾਨ ਤੇ ਵਸਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਰਹਿੰਦੇ ਹਾਂ, ਉਹ ਹਮੇਸ਼ਾ ਉੱਥੇ ਹੀ ਰਹਿੰਦਾ ਹੈ। ਜ਼ਬੂਰਾਂ ਦੀ ਪੋਥੀ 29 ਅਧਿਆਇ 10 ਵਚਨ ਦੱਸਦਾ ਹੈ, ਪ੍ਰਭੂ ਸਦਾ ਲਈ ਪਾਤਸ਼ਾਹ ਹੋ ਕੇ ਬੈਠਾ ਹੈ। ਭਾਗ ਐੜਾ, ਉਸ ਦੀ ਪਵਿੱਤਰਤਾ। ਅਸੀਂ ਉਸ ਦੀ ਅਨੰਤਤਾ ਨੂੰ ਵੇਖਦੇ ਹਾਂ ਅਤੇ ਅਸੀਂ ਜਦ ਦੁਬਾਰਾ ਵੇਖਦੇ ਹਾਂ, ਅਸੀਂ ਉਸ ਦੀ ਪਵਿੱਤਰਤਾ ਨੂੰ ਵੇਖਦੇ ਹਾਂ। ਦਾਨੀਏਲ ਆਖਦਾ ਹੈ, ਜਿਸ ਤਰ੍ਹਾਂ ਹੀ ਮੈਂ ਉਸ ਦੇ ਵੱਲ ਵੇਖਿਆ, ਉਸ ਦੇ ਵਸਤਰ ਚਿੱਟੇ ਹਿਮ ਦੀ ਨਾਈ ਸਨ। ਇਹ ਤਸਵੀਰ ਉਸ ਦੀ ਪਵਿੱਤਰਤਾਈ ਨੂੰ ਪ੍ਰਗਟ ਕਰਦੀ ਹੈ, ਜੋ ਪਿਤਾ ਪਰਮੇਸ਼ਰ ਮਹਿਮਾ ਵਿੱਚ ਆਪਣੇ ਸਿਆਸਨ ਤੇ ਬਿਰਾਜਮਾਨ ਹੈ। ਜ਼ਬੂਰਾਂ ਦੀ ਪੋਥੀ 51 ਦੇ 7 ਵਚਨ ਦੱਸਦਾ ਹੈ, ਜੂਫੇ ਨਾਲ ਮੈਨੂੰ ਪਾਕ ਕਰ ਤੇ ਮੈਂ ਸ਼ੁੱਧ ਹੋ ਜਾਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂਗਾ। ਜਦ ਵੀ ਬਾਈਬਲ ਵਿੱਚ ਅਸੀਂ ਬਰਫ਼ ਦੀ ਨਾਈ ਸਵੇਦ ਪੜ੍ਹਦੇ ਹਾਂ ਤਾਂ ਇਹ ਪਵਿੱਤਰਤਾਈ ਦੀ ਤਸਵੀਰ ਹੁੰਦੀ ਹੈ। ਦਾਨੀਏਲ ਪਿਤਾ ਪਰਮੇਸ਼ਰ ਸਿਆਸਨ ਤੇ ਬੈਠਾ ਹੋਇਆ ਉਸ ਦੀ ਅਨੰਤਤਾ ਅਤੇ ਪਵਿੱਤਰਤਾਈ ਵਿੱਚ ਵੇਖਦਾ ਹੈ। ਭਾਗ ਈੜੀ, ਉਸ ਦਾ ਪ੍ਰਤਾਪ। ਉਹ ਅੱਗੇ ਵਧਦਾ ਹੋਇਆ ਆਪਣੇ ਦਰਸ਼ਨ ਦੇ ਬਾਰੇ ਦੱਸਦਾ ਹੈ ਕਿ ਉਸਨੇ ਕੇਵਲ ਉਸ ਨੂੰ ਅਨੰਤਤਾ ਪਵਿੱਤਰਤਾਈ ਵਿੱਚ ਹੀ ਵੇਖਿਆ ਤੇ ਉਸਨੇ ਉਸ ਨੂੰ ਆਪਣੇ ਪ੍ਰਤਾਪ ਵਿੱਚ ਵੀ ਵੇਖਿਆ ਹੈ। ਉਹ ਦੱਸਦਾ ਹੈ ਅਤੇ ਉਹ ਬੈਠ ਗਿਆ। ਸ਼ਾਸਤਰ ਦੱਸਦਾ ਹੈ ਉਸ ਦਾ ਸਿਆਸਨ ਲਗਾਇਆ ਗਿਆ। ਉਹ ਪੂਰੇ ਜਗਤ ਦਾ ਨਿਆਂ ਕਰਨ ਵਾਲਾ ਪ੍ਰਭੂ ਹੈ। ਉਹ ਜਗਤ ਦਾ ਨਿਆਂ ਕਰੇਗਾ। ਭਾਗ ਸੱਸਾ, ਉਸ ਦੀ ਤਾਕਤ। ਅਸੀਂ ਉਸ ਨੂੰ ਸਿਰਫ ਉਸ ਦੇ ਪ੍ਰਤਾਪ ਵਿੱਚ ਹੀ ਨਹੀਂ ਵੇਖਦੇ, ਪਰ ਵੇਖਦੇ ਹਾਂ ਕਿ ਹਰੇਕ ਚੀਜ਼ ਉੱਤੇ ਉਸ ਦੀ ਪ੍ਰਧਾਨਤਾ ਹੈ। ਬਾਈਬਲ ਦੱਸਦੀ ਹੈ ਉਸ ਦਾ ਸਿਆਸਨ ਅੱਗ ਦੀ ਲਾਟ ਵਰਗਾ ਸੀ ਅਤੇ ਉਸ ਦੇ ਪਹੀਏ ਬਲਦੀ ਅੱਗ ਵਰਗੇ ਸਨ। ਕਈ ਵਿਚਕਾਰ ਤਾਂ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਤਸਵੀਰ ਦੱਸਦੀ ਹੈ ਕਿ ਉਸ ਦਾ ਸਿਆਸਨ ਜਗਤ ਵਿੱਚ ਕਿਧਰੇ ਵੀ ਜਾ ਸਕਦਾ ਹੈ, ਕਿਉਂ ਜੋ ਉਸ ਦੇ ਪਹੀਏ ਹਨ। ਇਸ ਲਈ ਜਿੱਥੇ ਜ਼ਰੂਰਤ ਸਮਝੇ ਨਿਆਂ ਕਰੇ। ਇੱਕ ਅੱਗ ਵਾਲੀ ਨਦੀ ਨਿਕਲੀ ਜੋ ਉਹਦੇ ਅੱਗਿਓਂ ਦੀ ਵਗਦੀ ਸੀ। ਇਹ ਤਸਵੀਰ ਵੀ ਪਰਮੇਸ਼ਰ ਦੇ ਨਿਆਂ ਨੂੰ ਦਰਸਾਉਂਦੀ ਹੈ, ਕਿਉਂ ਜੋ ਅੱਗ ਨਿਆਂ ਨੂੰ ਪ੍ਰਗਟ ਕਰਦੀ ਹੈ। ਇਹ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਦੀ ਹਜ਼ੂਰੀ ਹਰ ਥਾਂ ਤੇ ਹੈ। ਜ਼ਬੂਰਾਂ ਦੀ ਪੋਥੀ 50 ਅਧਿਆਇ 3 ਵਚਨ ਦੱਸਦਾ ਹੈ, ਸਾਡਾ ਪਰਮੇਸ਼ਰ ਆਵੇ ਅਤੇ ਚੁੱਪ ਨਾ ਰਹੇ। ਅੱਗ ਉਹਦੇ ਅੱਗੇ ਅੱਗੇ ਭਸਮ ਕਰਦੀ ਹੈ ਅਤੇ ਉਹਦੇ ਆਲੇ ਦੁਆਲੇ ਹਨੇਰੀ ਜ਼ੋਰ ਨਾਲ ਵਗਦੀ ਹੈ। ਜ਼ਬੂਰਾਂ ਦੀ ਪੋਥੀ 97 ਅਧਿਆਇ 3 ਵਚਨ ਦੱਸਦਾ ਹੈ, ਅੱਗ ਉਹਦੇ ਅੱਗੇ ਅੱਗੇ ਚੱਲਦੀ ਹੈ ਤੇ ਉਹਦੇ ਵਿਰੋਧੀਆਂ ਨੂੰ ਚੁਫੇਰਿਓਂ ਭਸਮ ਕਰ ਦਿੰਦੀ ਹੈ। ਇਹ ਤਸਵੀਰ ਜੋ ਅੱਗ ਦੀ ਤਰ੍ਹਾਂ ਪਹੀਏ ਅਤੇ ਅੱਗ ਨਾਲ ਘਿਰਿਆ ਹੋਇਆ ਸਿਆਸਨ ਅਤੇ ਅੱਗ ਨਿਆਂ ਦੀ ਤਸਵੀਰ ਹੈ, ਜੋ ਪਰਮੇਸ਼ਰ ਦਾ ਅਧਿਕਾਰ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੀ 8 ਆਇਤ ਤੋਂ ਲੈ ਕੇ 14 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅੱਜ ਅਸੀਂ ਜਾਣਿਆ ਕਿ ਦਾਨੀਏਲ 4 ਪਸ਼ੂਆਂ ਦਾ ਜੋ ਦਰਸ਼ਨ ਵੇਖਦਾ ਹੈ, ਉਹ ਪਰਮੇਸ਼ਰ ਦੇ ਨਜ਼ਰੀਏ ਦੇ ਵਿੱਚ ਦੇਸ਼ ਅਤੇ ਜਗਤ ਦੇ ਰਾਜ ਹਨ। ਅਸੀਂ ਜਾਣਿਆ ਕਿ ਜਗਤ ਦੇ ਦੇਸ਼ ਇੱਕ ਦੂਜੇ ਤੇ ਹਾਵੀ ਹੋਣਾ ਚਾਹੁੰਦੇ ਹਨ ਅਤੇ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਹਨ। ਸਾਡੇ ਅੱਜ ਦੇ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ। ਅਸੀਂ ਇੱਕ ਜੰਗਲੀ ਵਾਤਾਵਰਣ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਇੱਕ ਦੇਸ਼ ਦੂਜੇ ਦੇਸ਼ ਦੇ ਪਿੱਛੇ ਪਿਆ ਹੋਇਆ ਹੈ ਅਤੇ ਹਰ ਪਾਸੇ ਇੱਕ ਜੰਗ ਚੱਲ ਰਹੀ ਹੈ। ਅਸੀਂ ਜਾਣਿਆ ਕਿ ਜਦੋਂ ਕੋਈ ਨਬੀ ਭਵਿੱਖਬਾਣੀ ਕਰਦਾ ਹੈ ਤਾਂ ਹੋਣ ਵਾਲੀ ਘਟਨਾ ਨੂੰ ਜਿਵੇਂ ਵੇਖਦਾ ਹੈ ਉਵੇਂ ਹੀ ਬਿਆਨ ਕਰ ਦਿੰਦਾ ਹੈ, ਪਰ ਉਹ ਇਹ ਨਹੀਂ ਵੇਖਦਾ ਕਿ ਇਹਨਾਂ ਭਵਿੱਖਬਾਣੀਆਂ ਦੇ ਵਿੱਚ ਕਈ ਸਾਲਾਂ ਦਾ ਅੰਤਰ ਹੋ ਸਕਦਾ ਹੈ। ਅਸੀਂ ਬਾਈਬਲ ਦੀ ਇੱਕ ਵਿਆਖਿਆ ਨੂੰ ਦੇਖਿਆ ਜੋ ਕਿ ਇਹ ਦੱਸਦੀ ਹੈ ਕਿ ਬਾਈਬਲ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਪੁਰਾਣੇ ਨੇਮ ਦੇ ਵਿੱਚ ਅਕਸਰ ਇਕੱਠਾ ਕਰਕੇ ਇੱਕ ਭਾਗ ਦੇ ਵਿੱਚ ਦਰਸਾਇਆ ਗਿਆ, ਜਿਸ ਨੂੰ ਬਾਅਦ ਵਿੱਚ ਨਵੇਂ ਨੇਮ ਦੇ ਵਿੱਚ ਅਲੱਗ-ਅਲੱਗ ਕੀਤਾ ਗਿਆ।
ਅਸੀਂ ਜਾਣਿਆ ਕਿ ਬਾਈਬਲ ਬਾਣੀ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਜੋ ਕਿ ਯਿਸੂ ਮਸੀਹ ਦੇ ਜਨਮ ਤੋਂ ਬਹੁਤ ਪਹਿਲੇ ਕੀਤੀਆਂ ਗਈਆਂ ਸਨ, ਯਿਸੂ ਜੀ ਦੇ ਸਮੇਂ ਵਿੱਚ ਪੂਰੀਆਂ ਹੋਈਆਂ, ਅਤੇ ਬਹੁਤ ਸਾਰੀਆਂ ਭਵਿੱਖਬਾਣੀਆਂ ਯਿਸੂ ਜੀ ਦੇ ਬਾਅਦ ਵੀ ਪੂਰੀਆਂ ਹੋਈਆਂ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਦੇ ਇੱਕ ਸੁਪਨੇ ਬਾਰੇ ਵੇਖਦੇ ਹਾਂ, ਜਿਸ ਦੇ ਵਿੱਚ ਉਹ ਸਮੇਂ ਦੇ ਪ੍ਰਾਚੀਨ ਦੇ ਬਾਰੇ ਜਾਣਕਾਰੀ ਦਿੰਦਾ ਹੈ। ਇਹ ਸਮੇਂ ਦਾ ਪ੍ਰਾਚੀਨ ਕੋਈ ਹੋਰ ਨਹੀਂ, ਰਾਜਿਆਂ ਦਾ ਰਾਜਾ, ਸਰਵ ਸ਼ਕਤੀਮਾਨ, ਸਰਵ ਵਿਆਪੀ ਅਤੇ ਸਾਰੀ ਸ੍ਰਿਸ਼ਟੀ ਦਾ ਰਚਨਾ ਕਰਨ ਵਾਲਾ ਹੈ। ਸਮੇਂ ਦੇ ਪ੍ਰਾਚੀਨ ਦੇ ਬਾਰੇ ਬਿਆਨ ਸਾਨੂੰ ਸਿਰਫ ਦਾਨੀਏਲ ਦੀ ਪੁਸਤਕ ਦੇ ਇਸੇ ਅਧਿਆਇ ਦੇ ਵਿੱਚ ਹੀ ਮਿਲਦਾ ਹੈ। ਇਸ ਦਾ ਬਾਈਬਲ ਬਾਣੀ ਦੇ ਵਿੱਚ ਕਿਤੇ ਹੋਰ ਜਗ੍ਹਾ ਕੋਈ ਹੋਰ ਜ਼ਿਕਰ ਨਹੀਂ ਹੈ। ਅਸੀਂ ਇਸ ਸਮੇਂ ਦੇ ਪ੍ਰਾਚੀਨ ਦੀ ਅਨੰਤਤਾ ਦੇ ਬਾਰੇ ਜਾਣਿਆ। ਉਹ ਸਮੇਂ ਦਾ ਮੂਲ ਹੈ ਅਤੇ ਆਪਣੀ ਅਨੰਤਤਾ ਦੇ ਵਿੱਚ ਵਾਸ ਕਰਦਾ ਹੈ। ਉਸ ਦਾ ਕਦੇ ਵੀ ਜਨਮ ਨਹੀਂ ਹੋਇਆ, ਉਹ ਹਮੇਸ਼ਾ ਤੋਂ ਹੈ। ਅਸੀਂ ਉਸ ਦੀ ਪਵਿੱਤਰਤਾ ਨੂੰ ਦੇਖਿਆ, ਅਸੀਂ ਉਸ ਦੇ ਪ੍ਰਤਾਪ ਨੂੰ ਦੇਖਿਆ ਅਤੇ ਜਾਣਿਆ ਕਿ ਉਹ ਜਗਤ ਦਾ ਨਿਆਂ ਕਰਨ ਵਾਲਾ ਪਰਮੇਸ਼ਵਰ ਹੈ। ਇਸ ਤੋਂ ਬਾਅਦ ਅਸੀਂ ਉਸ ਦੀ ਤਾਕਤ ਨੂੰ ਜਾਣਿਆ। ਅਸੀਂ ਜਾਣਿਆ ਕਿ ਪਰਮੇਸ਼ਵਰ ਦੀ ਹਜ਼ੂਰੀ ਸਾਰੇ ਪਾਸੇ ਹੈ। ਦੋਸਤੋ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਇਸ ਅਧਿਐਨ ਦਾ ਬਾਕੀ ਹਿੱਸਾ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰਹੇਗਾ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਿਤਾ। ਅੱਜ ਇੱਕ ਵਾਰ ਫਿਰ ਤੋਂ ਤੁਸੀਂ ਆਪਣੀ ਬਰਕਤਾਂ ਸਾਡੇ ਉੱਤੇ ਆਪਣੇ ਵਚਨ ਦੇ ਰਾਹੀਂ ਉੰਡੇਲੀਆਂ, ਸਾਡੇ ਗਿਆਨ ਵਿੱਚ ਵਾਧਾ ਕੀਤਾ ਪਿਤਾ। ਅੱਜ ਅਸੀਂ ਪ੍ਰਭੂ ਤੁਹਾਡੇ ਬਾਰੇ ਜਾਣ ਪਾਏ ਕਿ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ ਪਰਮੇਸ਼ਵਰ ਜੋ ਸੀ, ਜੋ ਹੈ ਔਰ ਜੋ ਰਹੇਗਾ, ਉਹ ਪਰਮੇਸ਼ਵਰ ਹੈ ਜਿਹਨੂੰ ਅਸੀਂ ਪ੍ਰਾਚੀਨ ਸਮੇਂ ਦਾ ਪਰਮੇਸ਼ਵਰ ਕਹਿੰਦੇ ਹਾਂ, ਜਿਸ ਦਾ ਕੋਈ ਆਦਿ ਕੋਈ ਅੰਤ ਨਹੀਂ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਵਚਨ 'ਚ ਕਿਹਾ ਕਿ ਮੈਂ ਹੀ ਆਦਿ ਔਰ ਅੰਤ, ਅਲਫਾ ਔਰ ਓਮੇਗਾ। ਪ੍ਰਭੂ ਜੀ, ਇਸ ਪਰਮੇਸ਼ਵਰ ਦੀ ਖੂਬੀਆਂ ਨੂੰ ਜਾਣ ਕੇ ਅਸੀਂ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਵਿਸ਼ਵਾਸ ਨੂੰ ਵਧਾਇਆ। ਪ੍ਰਭੂ ਜੀ, ਅੱਜ ਇੰਨੀ ਖੂਬੀਆਂ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਅਸੀਂ ਪ੍ਰਭੂ ਪਰਮੇਸ਼ਵਰ ਦੇ ਪਿੱਛੇ ਜੋ ਚੱਲ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ। ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਆਪ ਨੂੰ ਸਾਡੇ ਉੱਤੇ ਜ਼ਾਹਿਰ ਕਰਨ ਲਈ। ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ